बेशर्मी है सारी बीजेपी दे विच, बेशर्मा दी पार्टी है इन्नी कुत्ते खानी हुई आ उत्थे अमेरिका च इन्हां दी मोदी दी। भाई जेकर कोई शर्म वाला होवे प्राइम मिनिस्टर आउंदा कवे मैं तां अपने अहुदे तो अस्तीफा दे देना। ਜਦੋਂ 27 ਤਰੀਕ ਦਾ ਬੰਦ ਕੀਤਾ ਸੀ ਆ ਬੰਦ ਤੋਂ ਬਾਅਦ ਤੋਮਰ ਸਾਹਿਬ ਦਾ ਬਿਆਨ ਆਉਂਦਾ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ। ਜਦੋਂ ਕ ਅੰਦੋਲਨ ਆਉਂਦਾ ਦੀਦਾ ਵੀ ਹੁਣ ਇਹ ਲੋਕ ਇਹਦੇ ਵਿੱਚ ਜ਼ਿਆਦਾ ਜੁੜ ਰਹੇ ਨੇ, ਉਦੋਂ ਉਹ ਸ਼ਕੂਬਾ ਜਿਹਾ ਛੱਡ ਦਿੰਦੇ ਨੇ ਗੱਲਬਾਤ ਨੂੰ ਤਿਆਰ ਆ। ਜਿਹੜੇ ਮੋਦੀ ਭਗਤ ਨੇ ਇਹਨੇ ਉਹਨਾਂ ਨੂੰ ਜਗਾਉਣ ਲਈ ਫਿਰ ਉਹ ਵੱਡੀ ਕਾਲ ਦੇਣੀ ਪੈਂਦੀ ਹੈ। ਜਿਹੜੀ 27 ਦੀ ਕਾਲ ਸੀ ਉਹਨੇ ਸਾਰਿਆਂ ਦੀਆਂ ਅੱਖਾਂ ਖੋਲਤੀਆਂ। ਨਵੇਣਗੇ ਤਾਂ ਪੰਜਾਬ ਜੋਗੇ ਰਹਿ ਜਾਣਗੇ, ਮਾੜਾ ਮੋਟਾ ਪੰਜਾਬ 'ਚ ਘੁੰਮਦੇ ਫਿਰਦੇ, ਨਹੀਂ ਤਾਂ ਲੋਕਾਂ ਨੇ ਬਾਹਰ ਨਹੀਂ ਨਿਕਲਣ ਦੇਣਾ। ਅਸੀਂ ਤਾਂ ਜਾ ਕੇ ਬੈਠੇ ਹਾਂ ਦਰਵਾਜ਼ੇ ਤੇ ਦਿੱਲੀ ਦੇ, ਤੇ ਹੁਣ ਬੁਲਾਉਣਾ ਕਿਹਨੇ ਆ? ਕਦੋਂ ਤੱਕ ਮਸਲੇ ਦਾ ਹੱਲ ਸੰਭਵ ਨਜ਼ਰ ਆ ਰਿਹਾ ਤੁਹਾਨੂੰ, ਜਾਂ ਅਜੇ ਵੀ ਲੰਬਾ ਇੰਤਜ਼ਾਰ ਬਾਕੀ ਹੈ? ਜਦੋਂ ਸੁਬਾਹ ਦੀ ਕਿਰਨ ਨਿਕਲਦੀ ਹੈ ਅਸੀਂ ਹਰ ਕਿਰਨ ਦੇ ਨਾਲ ਆਸਵੰਦ ਹੋਈਦਾ ਕਿ ਸਰਕਾਰ ਹੁਣ ਵੀ ਗੱਲ ਕਰੇਗੀ, ਹੁਣ ਵੀ ਨਿਬੇੜੇਗੀ। ਸਿਆਸਤ ਆਪਣੇ ਤਰੀਕੇ ਨਾਲ ਮਗੀ ਹੋਈ ਹੈ। ਇਸ ਸਿਆਸਤ ਦੇ ਵਿੱਚੋਂ ਇੱਕ ਕੋਣ ਹੋਰ ਨਿਕਲ ਕੇ ਆਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਦੇ ਆ। ਉਸ ਮੁਲਾਕਾਤ ਦੇ ਕਈ ਸੰਕੇਤ ਕੱਢੇ ਜਾ ਰਹੇ ਆ। ਕੋਈ ਕਹਿ ਰਿਹਾ ਕਿ ਸ਼ਾਇਦ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨਿੰਗ ਕਰਾਏਗੀ ਕੈਪਟਨ ਅਮਰਿੰਦਰ ਸਿੰਘ ਦੀ, ਉਹਨਾਂ ਨੂੰ ਖੇਤੀਬਾੜੀ ਮੰਤਰੀ ਬਣਾਇਆ ਜਾਏਗਾ, ਫਿਰ ਖੇਤੀਬਾੜੀ ਨਾਲ ਸੰਬੰਧਿਤ 3 ਕਾਨੂੰਨ ਰੱਦ ਕੀਤੇ ਜਾਣਗੇ, ਮਸਲੇ ਦਾ ਹੱਲ ਕਰਵਾਇਆ ਜਾਏਗਾ ਤੇ ਉਹਦੇ ਜ਼ਰੀਏ ਹੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਪੈਰ ਜਮਾਏਗੀ। ਹੁਣ ਇਹ ਸਿਆਸੀ ਬਿਆਨਬਾਜ਼ੀਆਂ ਜਾਂ ਸਿਆਸੀ ਕਿਆਸ ਰਾਈਆਂ ਨੇ, ਪਰ ਹਕੀਕਤ ਦੇ ਵਿੱਚ ਪਿਛਲੇ 10 ਮਹੀਨਿਆਂ ਤੋਂ ਵੱਧ ਸਮੇਂ ਤੋਂ ਜਿਹੜੇ ਕਿਸਾਨ ਉੱਥੇ ਸਿਦਕ ਤੇ ਸਿਰੜ ਨਾਲ ਧਰਨੇ ਤੇ ਬੈਠੇ ਨੇ, ਉਹਨਾਂ ਦਾ ਕੀ ਕਹਿਣਾ ਆ? ਉਹਨਾਂ ਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ 2022 ਦੀਆਂ ਚੋਣਾਂ ਤੋਂ ਪਹਿਲਾਂ ਇਹ ਮਸਲਾ ਨਿਬੜ ਜਾਏਗਾ, ਜਾਂ ਅਜੇ ਵੀ ਲੱਗਦਾ ਕਿ ਸਰਕਾਰ ਦਾ ਰੌਂ ਜਿਹੋ ਜਿਹਾ ਆ ਉਹ ਰੌਂ ਮਸਲੇ ਨੂੰ ਛੇਤੀ ਨਿਬੇੜਨ ਵਾਲਾ ਨਹੀਂ ਆ, ਬਲਕਿ ਇਹ ਗੱਲ ਲੰਬੀ ਵੀ ਜਾ ਸਕਦੀ ਆ? ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਹੋਰੀ ਇਸ ਵੇਲੇ ਮੌਜੂਦ ਨੇ। ਰਾਏ ਸਾਹਿਬ, ਭਾਵੇਂ ਕੋਈ ਸਿਆਸੀ ਗਤੀਵਿਧੀ ਹੁੰਦੀ ਆ, ਉਥਲ ਪੁਥਲ ਹੁੰਦੀ ਹੈ, ਸਾਰੀਆਂ ਨਿਗਾਹਾਂ ਕਿਸਾਨ ਅੰਦੋਲਨ ਨਾਲ ਮੁੜ ਜਾਂਦੀਆਂ ਨੇ ਕਿ ਹੁਣ ਉੱਥੇ ਕੀ ਜਾ ਕੇ ਹੋਏਗਾ। ਤੇ ਕੈਪਟਨ ਅਮਰਿੰਦਰ ਸਿੰਘ ਦੀ ਕੱਲ੍ਹ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਵੀ ਕਿਸਾਨ ਅੰਦੋਲਨ ਦੀ ਗੱਲ ਹੋਣ ਲੱਗ ਪਈ ਹੈ। ਚਰਚਾ ਹੈ ਕਿ ਭਾਜਪਾ ਦੇ ਨਾਲ ਮਿਲ ਕੇ ਕੈਪਟਨ ਸਾਹਿਬ ਮਸਲੇ ਦਾ ਹੱਲ ਕਰਵਾਉਣਗੇ ਤੇ ਕਿਸਾਨਾਂ ਦੇ ਵਿੱਚ ਕੈਪਟਨ ਸਾਹਿਬ ਦੀ ਹੋਏਗੀ ਬੱਲੇ ਬੱਲੇ, ਤੇ ਭਾਜਪਾ ਪੰਜਾਬ 'ਚ ਆਪਣਾ ਬੇੜਾ ਪਾਰ ਲਾਏਗੀ। ਕੋਈ ਹੈ ਇੱਦਾਂ ਦੀ ਤੁਹਾਡੇ ਤੱਕ ਖਬਰ, ਜਾਂ ਤੁਸੀਂ ਕੁਝ ਇੱਦਾਂ ਦੀ ਤਵੱਕੋ ਰੱਖਦੇ ਆ ਕਿ ਜੇ ਕੈਪਟਨ ਸਾਹਿਬ ਮਸਲੇ ਦਾ ਹੱਲ ਕਰ ਦਿੰਦੇ ਆ ਤਾਂ ਕੋਈ ਗੱਲ ਨਹੀਂ, ਭਾਜਪਾ ਦੀ ਉਹਨਾਂ ਦੇ ਜ਼ਰੀਏ ਬੱਲੇ ਬੱਲੇ ਕਰਵਾਉਣ ਨੂੰ ਆਪਾਂ ਪੰਜਾਬ 'ਚ ਬੈਠੇ ਆ? ਦੇਖੋ, ਇਹ ਤਾਂ ਪੋਲੀਟੀਕਲ ਜਿਹੜੇ ਲੋਕ ਨੇ ਉਹਨਾਂ ਦੀ ਆਪਣੀ ਕਹਿ ਦਿਓ ਵੀ ਇਹ ਖੇਡ ਹੈ। ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਨੇ। ਹਾਂ, ਇਹ ਜ਼ਰੂਰ ਹੈ ਵੀ ਜਿਹੜਾ ਇਸ ਮਸਲੇ ਦਾ ਹੱਲ ਕਰਾਊਗਾ ਉਹਨੂੰ ਲੋਕ ਚੰਗਾ ਹੀ ਕਹਿਣਗੇ। ਪੰਜਾਬ ਦੇ ਵਿੱਚ ਕੈਪਟਨ ਸਾਹਿਬ ਜੇ ਇਹਦੇ ਵਿੱਚ ਮੀਡੀਏਟਰ ਬਣ ਕੇ ਇਸ ਸਾਰੇ ਮਸਲੇ ਨੂੰ ਨਿਬੇੜਦੇ ਆ। 10 ਮਹੀਨੇ ਤੋਂ ਕਿਸਾਨ ਬੈਠੇ ਅੰਦੋਲਨ 'ਚ ਉੱਥੇ ਦਿੱਲੀ ਦੇ ਬਾਰਡਰਾਂ 'ਤੇ 700 ਦੇ ਕਰੀਬ ਸ਼ਹੀਦ ਹੋ ਗਿਆ। ਜੇ ਕੋਈ ਇਹਦੇ ਵਿੱਚ ਮੀਡੀਏਟਰ ਬਣ ਕੇ ਗੱਲ ਨੂੰ ਨਿਬੇੜਦਾ ਤਾਂ ਉਹਨੂੰ ਚੰਗਾ ਹੀ ਕਿਹਾ ਜਾਊਗਾ। ਜੇ ਮੀਡੀਏਟਰ ਬਣਨ ਦੀਆਂ ਚਰਚਾਵਾਂ ਚੱਲਦੀਆਂ, ਇਹਦਾ ਮਤਲਬ ਹੈ ਕਿ ਕੇਂਦਰ ਸਰਕਾਰ ਦੇ ਉੱਤੇ ਦਬਾਅ ਹੁਣ ਸਿਖਰ ਦਾ ਪੈਣਾ ਸ਼ੁਰੂ ਹੋ ਗਿਆ। 2022 ਯੂਪੀ ਦੀਆਂ ਚੋਣਾਂ ਦਾ ਜਿਹੜਾ ਫਿਕਰ ਹੈ ਉਹਨੂੰ ਸਤਾਉਣ ਲੱਗ ਪਿਆ, ਤਾਂ ਕਰਕੇ ਇੱਥੋਂ ਦੀਆਂ ਸਥਿਤੀਆਂ ਬਣਦੀਆਂ ਪਈਆਂ। ਕਿਉਂਕਿ ਜੇ ਇੱਦਾਂ ਹੀ ਮੀਡੀਏਟਰ ਦੀ ਜ਼ਰੂਰਤ ਹੁੰਦੀ ਤਾਂ 10 ਮਹੀਨੇ ਲਗਾਤਾਰ ਬੈਠਣ ਦੀ ਲੋੜ ਨਹੀਂ ਸੀ। ਕਦੀ ਵੀ ਮੀਡੀਏਟਰ ਪਾ ਕੇ ਜਿਹੜੀ ਗੱਲ ਹੋ ਸਕਦੀ, ਔਰ ਜਨਵਰੀ ਤੱਕ ਤਾਂ ਜਿਹੜਾ ਉਹ ਮੀਟਿੰਗਾਂ ਸਿੱਧੀਆਂ ਵੀ ਸਰਕਾਰ ਨਾਲ ਹੁੰਦੀਆਂ ਰਹੀਆਂ, ਮੀਡੀਏਟਰ ਦੀ ਵੀ ਲੋੜ ਨਹੀਂ ਪਈ ਸੀਗੀ। ਦਰਅਸਲ ਸਰਕਾਰ ਨੂੰ ਵਾਕਿਆ ਹੀ ਉਹ 2022 ਵਾਲਾ ਮੂਹਰੇ ਨਜ਼ਰ ਆਉਂਦਾ ਹੈ। ਯੂਪੀ ਉੱਤਰਾਖੰਡ ਮਿਸ਼ਨ ਆਲਰੇਡੀ ਅਸੀਂ ਸਾਰੇ ਸੰਯੁਕਤ ਮੋਰਚੇ ਨੇ ਕਾਲ ਦਿੱਤੀ ਹੈ। ਸੋ ਉਹ ਚਾਹੁੰਦੇ ਨੇ ਹੁਣ ਪਈ ਅਸੀਂ ਬਚੀਏ ਕਿਸੇ ਤਰ੍ਹਾਂ, ਜਿਵੇਂ ਬੰਗਾਲ 'ਚ ਉਹਨਾਂ ਦਾ ਹਾਲ ਹੋਇਆ, ਹੁਣ ਯੂਪੀ ਵੀ ਦੇ ਵਿੱਚ ਵੀ ਉੱਤਰਾਖੰਡ 'ਚ ਵੀ ਇਹੋ ਹੀ ਹਾਲ ਨਾ ਹੋਵੇ। ਉਹ ਮਸਲਾ ਤਾਂ ਨਿਬੇੜਨਾ ਹੀ ਪੈਣਾ ਹੈ। ਅਤੇ ਉਹ ਚਾਹੁੰਦੇ ਹੋਣਗੇ ਵੀ ਕੋਈ ਪੰਜਾਬ ਦਾ ਚਿਹਰਾ ਅੱਗੇ ਲੈ ਆਈਏ, ਸਾਡੇ ਪੰਜਾਬ 'ਚ ਵੀ ਪੈਰ ਲੱਗੇ ਰਹਿ ਜਾਣ। ਅਤੇ ਦੇਖੋ, ਗੱਲ ਸਿੱਧੀ ਸਪਸ਼ਟ ਇੱਕ ਹੈ। ਅਸੀਂ ਬਹੁਤ ਵਾਰ ਕਿਹਾ ਕਿ ਪੰਜਾਬ ਦੀ ਬੀਜੇਪੀ ਸਾਰੀ ਟੀਮ ਜਾਵੇ। ਸਾਡੀ ਕਿਹੜੀ ਉਹਨਾਂ ਨਾਲ ਕੋਈ ਬੰਨਾ ਵੰਡ ਹੈ? ਸਾਡੀ ਕਿਹੜੀ ਕੋਈ ਦੁਸ਼ਮਣੀ ਹੈ? ਇਹੀ ਦੁਸ਼ਮਣੀ ਹੈ ਵੀ ਸਾਡਾ 700 ਕਿਸਾਨ ਸ਼ਹੀਦ ਹੋ ਗਿਆ, ਨਹੀਂ ਹੁਣ ਤੱਕ ਆਹ ਦਾ ਨਾਰਾ ਨਹੀਂ ਮਾਰਿਆ, ਸਾਡੇ ਨਾਲ ਆ ਕੇ ਖਲੋਏ ਨਹੀਂ ਪੰਜਾਬ ਵਾਲੇ ਬੀਜੇਪੀ ਵਾਲੇ। ਜਦੋਂ ਖਲੋਣਗੇ ਉਦੋਂ ਅਸੀਂ ਉਹਨਾਂ ਨੂੰ ਕਹਾਂਗੇ ਵੀ ਭਾਈ ਜਾ ਕੇ ਦਿੱਲੀ ਬੈਠੋ, ਦਿੱਲੀ ਜਾ ਕੇ ਗੱਲ ਨੂੰ ਨਿਬੇੜੋ, ਕਲੇਸ਼ ਨੂੰ ਨਿਬੇੜਨਗੇ ਤਾਂ ਪੰਜਾਬ ਜੋਗੇ ਰਹਿ ਜਾਣਗੇ, ਮਾੜਾ ਮੋਟਾ ਪੰਜਾਬ 'ਚ ਘੁੰਮਦੇ ਫਿਰਦੇ, ਨਹੀਂ ਤਾਂ ਲੋਕਾਂ ਨੇ ਬਾਹਰ ਨਹੀਂ ਨਿਕਲਣ ਦੇਣਾ। ਸੋ ਇਹ ਤਾਂ ਉਹਨਾਂ 'ਤੇ ਨਿਰਭਰ ਹੈ ਵੀ ਉਹ ਕੀ ਕਰਨਾ ਚਾਹੁੰਦੇ ਨੇ।
ਤੁਸੀਂ ਕਹਿੰਦੇ ਆ ਕਿ ਕੇਂਦਰ ਦੀ ਸਰਕਾਰ ਤੇ ਨਿਰਭਰ ਆ, ਕੇਂਦਰ ਦੀ ਸਰਕਾਰ ਕਹਿੰਦੀ ਆ ਕਿਸਾਨਾਂ ਤੇ ਬਹੁਤ ਸਾਰੀਆਂ ਗੱਲਾਂ ਨਿਰਭਰ ਆ ਪਿਛਲੇ ਦਿਨੀ ਜਦੋਂ 27 ਤਰੀਕ ਦਾ ਬੰਦ ਕੀਤਾ ਸੀਗਾ, ਬੰਦ ਤੋਂ ਬਾਅਦ ਤੋਮਰ ਸਾਹਿਬ ਦਾ ਬਿਆਨ ਆਉਂਦਾ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਆ, ਪਰ ਗੱਲਬਾਤ ਸ਼ੁਰੂ ਕਿੱਥੋਂ ਹੋਣੀ ਆ, ਨੁਕਤਾ ਉੱਥੇ ਹੀ ਫਸਿਆ ਹੋਇਆ ਹੈ। ਦਰਅਸਲ ਇਹ ਤਾਂ ਬੀਜੇਪੀ ਜਿਹੜੀ ਆ ਉਹ ਸ਼ੁਰੂ ਤੋਂ ਛੜਯੰਤਰਕਾਰੀ ਹੈ। ਉਹ ਜਦੋਂ ਕਿ ਅੰਦੋਲਨ ਆਉਂਦਾ ਦੀਦਾ ਵੀ ਹੁਣ ਇਹ ਲੋਕ ਇਹਦੇ ਵਿੱਚ ਜ਼ਿਆਦਾ ਜੁੜ ਰਹੇ ਨੇ, ਉਦੋਂ ਉਹ ਸ਼ਕੂਬਾ ਜਿਹਾ ਛੱਡ ਦਿੰਦੇ ਨੇ ਅਸੀਂ ਗੱਲਬਾਤ ਨੂੰ ਤਿਆਰ ਆ। ਤੇ ਜੇ ਗੱਲਬਾਤ ਨੂੰ ਤਿਆਰ ਨੇ ਭਾਈ ਸੱਦੋ, ਕਰੋ ਗੱਲ, ਨਿਬੇੜੋ ਇਸ ਕੰਮ ਨੂੰ, ਇਹ ਤਿੰਨੇ ਕਾਨੂੰਨ ਰੱਦ ਕਰੋ, ਕਿਸਾਨਾਂ ਨੂੰ ਘਰ ਭੇਜੋ। ਪਰ ਉਹ ਐਵੇਂ ਇੱਕ ਛੋਟੀ ਜਿਹੀ ਗੱਲ ਕਹਿ ਦੇਣਾ ਜੀ ਗੱਲਬਾਤ ਕਰਨ ਨੂੰ ਤਿਆਰ ਆ। ਕਦੋਂ ਤਿਆਰ ਆ? ਸੱਦਣਾ ਵੀ ਹੈ ਤੁਸੀਂ, ਅਸੀਂ ਤਾਂ ਜਾ ਕੇ ਬੈਠੇ ਹਾਂ ਦਰਵਾਜ਼ੇ ਤੇ ਦਿੱਲੀ ਦੇ, ਤੇ ਹੁਣ ਬੁਲਾਉਣਾ ਕਿਹਨੇ ਆ? ਸਰਕਾਰ ਨੇ ਬੁਲਾਉਣਾ, ਤੇ ਉਹ ਸਰਕਾਰ ਬੁਲਾਵੇ, ਆਪਾਂ ਗੱਲ ਕਰਨ ਨੂੰ ਤਿਆਰ ਆ। ਟਕੈਤ ਸਾਹਿਬ ਤਾਂ ਕਹਿੰਦੇ ਰੱਟੂ ਆ ਤੋਮਰ ਸਾਹਿਬ, ਰਟਿਆ ਰਟਾਇਆ ਜਵਾਬ ਹਰ ਵਾਰੀ ਦੇ ਦਿੰਦੇ ਆ, ਇਹ ਤੋਂ ਅੱਗੇ ਵੱਧਦੇ ਹੀ ਨਹੀਂ ਕਿਸੇ ਪਾਸੇ। ਦੇਖੋ ਅਸੀਂ ਸਾਰੇ ਹੀ ਜਾਣਦੇ ਹਾਂ, ਪੂਰਾ ਭਾਰਤ ਜਾਣਦਾ ਵੀ ਇਹ ਜਿਹੜੀ ਗੱਲਬਾਤ ਹੈ, ਇਹ ਗੱਲਬਾਤ ਕੇਵਲ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਨਿਭਾਉਣੀ ਹੈ। ਉਹ ਪੂਰੇ ਭਾਰਤ ਦੀ ਸੱਤਾ ਦੇ ਕਾਬਜ਼ ਨੇ ਉਹ, ਤੇ ਉਹ ਜੇ ਕਹਿਣਗੇ ਤਾਂ ਮੁੱਕੇਗੀ। ਉਹ ਤਾਂ ਵਾਕਿਆ ਹੀ ਉਹ ਜੋ ਕਹਿੰਦੇ ਨੇ, ਉਹ ਨਰਿੰਦਰ ਤੋਮਰ ਅਸੀਂ 11 ਵਾਰ ਮੀਟਿੰਗਾਂ 'ਚ ਬੈਠੇ ਹਾਂ, ਦੇਖਦੇ ਰਹੇ ਹਾਂ। ਜੇ ਕੋਈ ਗੱਲ ਹੁੰਦੀ ਸੀ ਤਾਂ ਉਹ ਵਿੱਚ ਟੀ ਟਾਈਮ ਕਰਕੇ ਗੱਲ ਕਰਨ ਚੱਲ ਜਾਂਦੇ ਪਿੱਛੇ ਕਮਰੇ 'ਚ, ਉਹ ਤਾਂ ਇੱਕ ਪਲ ਵੀ ਉਹਨਾਂ ਤੋਂ ਬਾਹਰ ਨਹੀਂ ਨਿਕਲ ਸਕਦੇ। ਫਿਰ ਉਹ ਗੱਲ ਜਿਹੜੀ ਟਕੈਤ ਸਾਹਿਬ ਨੇ ਕਹੀ ਆ ਉਹ 100% ਸੱਚ ਹੈ। ਹੁਣ ਦੀਆਂ ਜਿਹੜੀਆਂ ਸਥਿਤੀਆਂ ਨੇ, ਪਹਿਲਾਂ ਦੀਆਂ ਸਥਿਤੀਆਂ ਦੇ ਵਿੱਚ ਕਿਹਾ ਜਾਂਦਾ ਸੀਗਾ ਕਿ ਇਹ ਅੰਦੋਲਨ ਕਦੋਂ ਖਤਮ ਹੋਏਗਾ ਕੁਝ ਨਹੀਂ ਕਿਹਾ ਜਾ ਸਕਦਾ, ਜਦੋਂ ਰੱਦ ਹੋਣਗੇ ਕਾਨੂੰਨ ਹੋ ਜਾਏਗਾ, ਦਬਾਅ ਬਣੇਗਾ ਸਰਕਾਰ ਤੇ ਇਹ ਚੀਜ਼ਾਂ ਬਣਨੀਆਂ। ਹੁਣ ਇਸ ਸਮੇਂ ਜਿਹੜਾ ਦਬਾਅ ਬਣ ਰਿਹਾ ਹੈ, ਜਿਸ ਤਰੀਕੇ ਦੀਆਂ ਸਥਿਤੀਆਂ ਬਣ ਰਹੀਆਂ ਨੇ, ਲੱਗਦਾ ਹੈ ਕਿ ਕੁਝ ਨੇੜੇ ਢੁੱਕ ਗਿਆ ਆ ਅੰਦੋਲਨ ਹੱਲ ਦੇ ਵੱਲ, ਜਾਂ ਅਜੇ ਵੀ ਕਹਿ ਸਕਦੇ ਹਾਂ ਕਿ ਕੋਈ ਪਤਾ ਨਹੀਂ ਆ, ਇਹ 24 ਤੱਕ ਵੀ ਜਾ ਸਕਦਾ? ਕਿਉਂਕਿ ਤੁਹਾਡੇ ਹੀ ਕਿਸਾਨ ਆਗੂਆਂ ਦੇ ਵੱਲੋਂ ਕਈ ਵਾਰੀ ਬਿਆਨ ਦਿੱਤੇ ਗਏ, ਰਾਜੇਵਾਲ ਸਾਹਿਬ ਕਈ ਵਾਰੀ ਕਹਿ ਚੁੱਕੇ ਆ ਕਿ ਬਸ ਹੱਲ ਹੋਣ ਵਾਲਾ ਆ, ਬਹੁਤ ਛੇਤੀ ਖਬਰ ਆਉਣ ਵਾਲੀ ਆ। ਹੁਣ ਵੀ ਚਰਚਾਵਾਂ ਚੱਲਦੀਆਂ ਕਿ ਬਹੁਤ ਛੇਤੀ ਖਬਰ ਆਉਣ ਵਾਲੀ ਹੈ, ਇੱਕ ਦੋ ਨੁਕਤਿਆਂ ਦੇ ਉੱਤੇ ਗੱਲ ਫਸੀ ਹੋਈ ਆ। ਕੀ ਹੈ ਕਲੀਅਰਲੀ ਥੋੜ੍ਹਾ ਬਹੁਤਾ ਜੇ ਪਤਾ ਆ ਤੁਹਾਨੂੰ ਤਾਂ ਦੱਸ ਦਿਓ ਦਰਸ਼ਕਾਂ ਨੂੰ, ਕਿ ਕਦੋਂ ਤੱਕ ਮਸਲੇ ਦਾ ਹੱਲ ਸੰਭਵ ਨਜ਼ਰ ਆ ਰਿਹਾ ਤੁਹਾਨੂੰ, ਜਾਂ ਅਜੇ ਵੀ ਲੰਬਾ ਇੰਤਜ਼ਾਰ ਬਾਕੀ ਹੈ? ਦੇਖੋ ਇਹ ਨਿਬੇੜਨਾ ਤਾਂ ਸਰਕਾਰ ਨੇ ਹੈ, ਤੇ ਇਹ ਤਾਂ ਕਿਆਸ ਲਾਏ ਜਾਂਦੇ ਆ ਉਹਨਾਂ ਦੇ ਹਾਲਾਤਾਂ ਦੇ ਮੁਤਾਬਕ। ਜਿਵੇਂ ਹੁਣ ਤੁਸੀਂ ਕਿਹਾ ਉਦਣ ਨਰਿੰਦਰ ਤੋਮਰ ਦਾ ਬਿਆਨ ਆਇਆ, ਜਦੋਂ ਕੋਈ ਉਹਨਾਂ ਤੇ ਪ੍ਰੈਸ਼ਰ ਬਣਦਾ ਹੈ, ਲੋਕ ਇਕੱਠੇ ਹੋ ਕੇ ਜਾਂਦੇ ਨੇ, ਦਬਾਅ ਬਣਦਾ ਹੈ, ਤੇ ਉਹ ਦਬਾਅ ਦੀ ਸਥਿਤੀ ਜਦੋਂ ਬਿਆਨਬਾਜ਼ੀ ਕਰਦੇ ਨੇ, ਫਿਰ ਸਾਡੇ ਹੀ ਪ੍ਰੈਸ ਵਾਲੇ ਵੀਰ, ਤੁਹਾਡੇ ਵਰਗੇ ਭਰਾ ਸਾਡੇ ਜਿਹੜੇ ਆ, ਉਹ ਅੰਦਰੋਂ ਗੱਲ ਕੱਢ ਕੇ ਲਿਆਉਂਦੇ ਆ ਬਈ ਸਰਕਾਰ ਹੁਣ ਚਾਹੁੰਦੀ ਆ ਕੋਈ ਗੱਲ ਕਰਨੀ, ਤਾਂ ਅਸੀਂ ਕਹਿੰਦੇ ਕਰੋ। ਤੇ ਫਿਰ ਲੱਗਦਾ ਹੁੰਦਾ ਵੀ ਜੇ ਗੱਲ ਕਰਨੀ ਚਾਹੁੰਦੇ ਤਾਂ ਗੱਲ ਨਿਬੇੜਨਗੇ। ਤੇ ਇਸ ਕਰਕੇ ਆਸ਼ਾ ਮੁਤਾਬਕ ਅਸੀਂ ਤਾਂ ਪਹਿਲਾਂ ਤੋਂ ਆਸ਼ਾਵਾਦੀ ਲੋਕ ਹਾਂ। ਜਦੋਂ ਸੁਬਾਹ ਦੀ ਕਿਰਨ ਨਿਕਲਦੀ ਹੈ, ਅਸੀਂ ਹਰ ਕਿਰਨ ਦੇ ਨਾਲ ਆਸਵੰਦ ਹੋਈਦਾ ਕਿ ਸਰਕਾਰ ਹੁਣ ਵੀ ਗੱਲ ਕਰੇਗੀ, ਹੁਣ ਵੀ ਨਿਬੇੜੇਗੀ। ਔਰ ਇਹ ਗੱਲ ਵੀ ਜਿਹੜੀ ਆ ਕਿਤੇ ਨਾ ਕਿਤੇ ਆ ਜਾਂਦੀ ਆ ਵੀ ਸਰਕਾਰ ਜਿਹੜੀ ਆ, ਕਿਉਂਕਿ ਉਹ ਸਰਕਾਰ ਜਿਹੜੀ ਆ ਉਹ ਜਦੋਂ ਗੱਲ ਕਹਿ ਦਿਓ ਕਿ ਸਾਡੇ ਪ੍ਰੈਸ ਵਾਲੇ ਵੀਰਾਂ ਰਾਹੀਂ ਗੱਲ ਆਉਂਦੀ ਆ, ਤਾਂ ਫਿਰ ਸਰਕਾਰ ਕਹਿੰਦੇ ਆ ਵੀ ਸਰਕਾਰ ਕਹਿੰਦੀ ਆ ਹੁਣ ਅਸੀਂ ਨਿਬੇੜਾਂਗੇ, ਅਸੀਂ ਕੁਝ ਨਾ ਕੁਝ ਉਹਨਾਂ ਦੀ ਮੰਨ ਲਾਂਗੇ, ਕੁਝ ਆਪਣੀ ਮਨਾਵਾਂਗੇ। ਜਦੋਂ ਇਦਾਂ ਦੀ ਗੱਲ ਲੱਗਦੀ ਹੈ ਫਿਰ ਆਸ਼ਾ ਹੋ ਜਾਂਦੀ ਵੀ ਮੁੱਕੇਗੀ ਗੱਲ। ਹੁਣ ਆਸ਼ਾ ਥੋੜ੍ਹੀ ਜਿਹੀ ਹੋਰ ਵਧੀ ਹੈ, ਕਿਉਂਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਕਹਿੰਦੇ ਮੇਰੇ ਲਈ ਤਾਂ ਤੀਰਥ ਸਥਾਨ ਨੇ ਜਿਹੜੇ ਧਰਨੇ ਲੱਗੇ ਆ, ਮੈਂ ਤਾਂ ਉੱਥੇ ਨੰਗੇ ਪੈਰੀ ਵੀ ਜਾਣ ਨੂੰ ਜਿਹੜਾ ਉਹ ਤਿਆਰ ਆ, ਹਾਜ਼ਰੀ ਭਰਨ ਨੂੰ ਤਿਆਰ ਆ। ਉਧਰ ਦੂਜੇ ਪਾਸੇ ਕੈਪਟਨ ਸਾਹਿਬ ਵੀ ਮਿਲ ਕੇ ਆਏ ਆ ਅਮਿਤ ਸ਼ਾਹ ਗ੍ਰਹਿ ਮੰਤਰੀ ਭਾਰਤ ਨੂੰ, ਕਿ ਮੈਂ ਖੇਤੀਬਾੜੀ ਮਾਮਲਿਆਂ ਦੇ ਉੱਤੇ ਮਿਲ ਕੇ ਆਇਆ, 3 ਕਾਨੂੰਨ ਰੱਦ ਹੋਣੇ ਚਾਹੀਦੇ, MSP ਦੀ ਕਾਨੂੰਨੀ ਗਰੰਟੀ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ, ਤੇ ਉਹ ਭਰੋਸਾ ਵੀ ਦਿੰਦੇ। ਲੱਗਦਾ ਕਿ ਇੱਕ ਸਾਬਕਾ ਮੁੱਖ ਮੰਤਰੀ, ਇੱਕ ਮੌਜੂਦਾ ਮੁੱਖ ਮੰਤਰੀ ਬੜੇ ਤਨਦੇਹੀ ਦੇ ਨਾਲ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਕਿਸਾਨਾਂ ਦੇ ਹੱਕ 'ਚ ਅਸੀਂ ਖੜੇ ਹਾਂ ਤੇ ਬਹੁਤ ਅੱਗੇ ਤੱਕ ਗੱਲ ਲਿਜਾ ਰਹੇ ਹਾਂ। ਉਹਨਾਂ ਤੋਂ ਕੋਈ ਉਮੀਦ ਨਜ਼ਰ ਆਉਂਦੀ ਹੈ, ਜਾਂ ਲੱਗਦਾ ਕਿ ਉਹ ਸਿਰਫ 22 ਦੇ ਲਈ ਚੁਣਾਵੀ ਸਟੰਟ ਖੇਡੇ ਜਾ ਰਹੇ ਆ, ਅੰਦੋਲਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ? ਨਹੀਂ, ਇਹਨਾਂ ਤੋਂ ਤਾਂ ਕੀ ਉਮੀਦ ਕਰ ਸਕਦੇ ਆ? ਤਾਂ 2022 ਨੂੰ ਦੇਖ ਕੇ ਇੱਦਾਂ ਦੀਆਂ ਗੱਲਾਂ ਕਰੀ ਜਾਂਦੇ ਅਸੀਂ ਨਾਲ, ਜੇ ਨਾਲ ਹੁੰਦੇ ਤਾਂ ਐਡਾ ਪੰਗਾ ਇਹਨਾਂ ਛੇੜਦੇ ਹੁਣ ਤੱਕ। ਇਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਤੁਹਾਡੇ ਮਾਧਿਅਮ ਰਾਹੀਂ ਆਮ ਪਬਲਿਕ ਤੱਕ, ਵੀ ਤੁਸੀਂ ਇੱਕ ਵੇਖੋ, ਜਦੋਂ ਇਹ ਕਾਨੂੰਨ ਆਏ ਨੇ ਉਦੋਂ ਤਾਂ ਕੋਈ ਬੋਲਿਆ ਨਹੀਂ, ਕਿਸਾਨ ਉੱਠੇ ਤਾਂ ਮਗਰੋਂ ਉੱਠੇ ਨੇ ਇਹ ਲੋਕ। ਜੇ ਪਹਿਲਾਂ ਰੌਲਾ ਪਾਉਣ ਜੋਗੇ ਹੁੰਦੇ, ਪਹਿਲਾਂ ਵਿਧਾਨ ਸਭਾ 'ਚ ਖੱਪ ਪਾਉਂਦੇ, ਹੁਣ ਜਦੋਂ ਲੋਕ ਸਭਾ 'ਚ ਖੱਪ ਪਾਉਂਦੇ। ਹੁਣ ਲੋਕ ਸਭਾ 15 ਦਿਨ ਚੱਲੀ ਆ, 21 ਘੰਟੇ ਕੰਮ ਚੱਲਿਆ ਜਦੋਂ ਅਸੀਂ ਵਿਪ ਜਾਰੀ ਕੀਤੀ। ਤੇ ਜੇ ਪਹਿਲਾਂ ਹੀ ਇੱਦਾਂ ਕਰਦੇ, ਪਹਿਲਾਂ ਹੀ ਸ਼ੋਰ ਮਚਾਉਂਦੇ, ਉਹ ਨਾ ਚੱਲਣ ਦਿੰਦੇ ਇਹਨਾਂ ਦੀ ਜਿਹੜੀ ਲੋਕ ਸਭਾ, ਤੇ ਫਿਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹ ਕਾਨੂੰਨ ਆਉਂਦਾ ਹੀ ਨਾ। ਇਹ ਸਾਰਾ
ਪੌੜੇ ਦੀ ਹੋਈ ਜੜੇ ਨੇ ਸਾਰੇ ਪੋਲੀਟੀਕਲ ਲੋਕ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਆਮ ਆਦਮੀ ਹੋਵੇ, ਚਾਹੇ ਅਕਾਲੀ ਦਲ ਵਾਲੇ ਹੋਣ, ਇਹ ਸਾਰੇ ਸਿਆਪਾ ਹੀ ਇਹਨਾਂ ਦਾ ਖੜਾ ਕੀਤਾ ਹੈ ਇਹ। ਤੇ ਮੈਂ ਕਹਾਂਗਾ ਵੀ ਜੇਕਰ ਇਹ ਸਿਆਣੇ ਹੁੰਦੇ ਤਾਂ ਹਾਲਾਤ ਨਾ ਪੈ ਜਾਂਦੇ। ਹੁਣ ਤਾਂ ਇਹਨਾਂ ਨੂੰ 2022 ਦੀਦਾ ਵੀ 2022 'ਚ ਅਸੀਂ ਲੋਕਾਂ ਕੋਲ ਜਾਣਾ, ਕਿਹੜਾ ਮੂੰਹ ਲੈ ਕੇ ਜਾਵਾਂਗੇ। ਤੇ ਹੁਣ ਇਹ ਆਪਣੇ ਬਹੁਤ ਕਿਸਾਨਾਂ ਦੇ ਹਿਤੈਚੀ ਹੋਣ ਦੀ ਗੱਲ ਕਰਦੇ ਨੇ ਵੀ ਅਸੀਂ ਬੜੇ ਕਿਸਾਨਾਂ ਦੇ ਹਿੱਤ 'ਚੋਂ ਹਾਂ। ਜੇ ਭਾਈ ਹਿੱਤ 'ਚ ਹੁੰਦੇ, ਹਾਲੇ ਵੀ ਹਿੱਤ 'ਚ ਮੈਂ ਕਹਿੰਦਾ ਕਾਹਦੇ ਨਹੀਂ ਇਹ, ਜੇ ਹਿੱਤ 'ਚ ਹੁੰਦੇ ਤੇ ਹੁਣ ਵੀ ਇਹ ਆਪਣੇ ਝੰਡੇ ਛੱਡ ਕੇ ਕਿਸਾਨੀ ਝੰਡੇ ਹੇਠ ਆਪਣੇ ਵਰਕਰਾਂ ਨੂੰ ਭੇਜਦੇ ਵੀ ਜਾਓ ਦਿੱਲੀ ਜਾ ਕੇ ਬੈਠੋ। ਹੁਣ ਵੀ ਇਹ ਜਦੋਂ ਕਰਦੇ ਨੇ ਰੈਲੀਆਂ ਆਪਣੀਆਂ ਝੰਡੀਆਂ ਚੱਕੀ ਫਿਰਦੇ ਨੇ, ਕਾਂਗਰਸ ਵਾਲੇ ਆਪਣਾ ਚੱਕੀ ਫਿਰਦੇ ਨੇ, ਅਕਾਲੀ ਦਲ ਵਾਲੇ ਆਪਣਾ ਚੱਕੀ ਫਿਰਦੇ ਨੇ, ਆਮ ਵਾਲੇ ਆਪਣਾ ਚੱਕੀ ਫਿਰਦੇ ਨੇ। ਤਾਂ ਫਿਰ ਇਹ ਭਾਈ ਕਿਸਾਨ ਹਿਤੈਚੀ ਕਿੱਥੋਂ ਹੋਏ? ਫਿਰ ਇਹ ਨਾਅਰੇ ਲਾਉਂਦੇ ਨੇ, ਅਕਾਲੀ ਦਲ ਵਾਲੇ ਅਕਾਲੀ ਦਲ ਜਿੰਦਾਬਾਦ, ਕਾਂਗਰਸ ਵਾਲੇ ਕਾਂਗਰਸ ਜਿੰਦਾਬਾਦ, ਆਮ ਆਦਮੀ ਵਾਲੇ ਆਮ ਆਦਮੀ ਪਾਰਟੀ ਜਿੰਦਾਬਾਦ, ਕੇਜਰੀਵਾਲ ਜਿੰਦਾਬਾਦ ਕਰੀ ਜਾਂਦੇ। ਤੇ ਕਿਸਾਨ ਜਿੰਦਾਬਾਦ ਕਿੱਥੇ ਇਹਨਾਂ ਕੋਲ? ਇਹ ਗੱਲਾਂ ਕਰਦੇ ਨੇ ਸਾਰੇ। ਇਹਨਾਂ ਨੂੰ 2022 ਨਜ਼ਰ ਆਉਂਦੀ ਹੈ, ਕੋਈ ਇਹਨਾਂ ਦੇ ਕੋਲ ਕਿਸਾਨੀ ਹਿੱਤ ਨਹੀਂ। ਇਹ ਤਾਂ ਕਿਸਾਨਾਂ ਦਾ ਹੁਣ ਡੰਡਾ ਨਜ਼ਰ ਆਉਂਦਾ, ਕਿਉਂਕਿ ਕਿਸਾਨਾਂ ਦੇ ਨਾਲ ਮਜ਼ਦੂਰ ਭਾਈਚਾਰਾ, ਦੁਕਾਨਦਾਰ ਭਾਈਚਾਰਾ, ਸਾਰੇ ਆਮ ਵਰਗ ਦੇ ਲੋਕ ਜੁੜ ਗਏ। ਤੇ ਇਹਨਾਂ ਨੂੰ ਲੱਗਾ ਵੀ ਆਮ ਰਹਿ ਨਾਲ ਸਰਕਾਰਾਂ ਬਣਦੀਆਂ, ਹੁਣ ਆਮ ਰਹਿ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਹੈ। ਤੇ ਜੇ ਕਿਸਾਨਾਂ ਦੇ ਨਾਲ ਆਮ ਰਹਿ ਆ ਤਾਂ ਫਿਰ ਸਾਨੂੰ ਇਹਨਾਂ ਨਾਲ ਜੁੜ ਕੇ ਚੱਲਣਾ ਪਊ ਜੇ ਸੱਤਾ ਹਾਸਲ ਕਰਨੀ ਹੈ ਤਾਂ। ਉਹ ਮਜਬੂਰੀ ਵਾਸਤੇ ਬੋਲਦੇ ਨੇ ਤੇ ਬੋਲਣਾ ਕੋਈ ਗੱਲ ਨਹੀਂ, ਸਾਨੂੰ ਤਾਂ ਇਤਰਾਜ਼ ਨਹੀਂ। ਅਸੀਂ ਤਾਂ ਕਹਿੰਦੇ ਹਾਂ, ਅਸੀਂ ਤਾਂ ਹੁਣ ਜੇ ਦਿੱਲੀ ਨੂੰ ਵੀ ਜਾਂਦੇ ਆ, ਅਸੀਂ ਤਾਂ ਨੌਜਵਾਨਾਂ ਨੂੰ ਕਹਿੰਦੇ ਹਾਂ ਕਿਸੇ ਨੂੰ ਰੋਕੋ ਨਾ, ਸਾਡੀ ਸੰਖਿਆ ਵੱਧਦੀ ਆਉਣ ਦਿਓ, ਕੋਈ ਗੱਲ ਨਹੀਂ। ਅੱਛਾ, ਤੁਸੀਂ ਕਹਿੰਦੇ ਆ ਕਿ ਇਹਨਾਂ ਦੀਆਂ ਰੈਲੀਆਂ, ਇਹਨਾਂ ਦੇ ਰੋਸ ਮਾਰਚਾਂ ਦੇ ਵਿੱਚ ਕਿਸਾਨੀ ਝੰਡਾ ਗਾਇਬ ਹੁੰਦਾ, ਪਰ ਚਰਚਾ ਹੁਣ ਇਹ ਹੈ ਕਿ ਤੁਹਾਡੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਸਿਆਸੀ ਝੰਡੇ ਦੇ ਹੇਠਾਂ ਕਿਸਾਨੀ ਝੰਡੇ ਦੇ ਹੇਠਾਂ ਸਿਆਸੀ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਕਿਉਂਕਿ ਕੱਲ੍ਹ ਘਨੌਰ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਇੱਕ ਵਾਰ ਫੇਰ ਉਹੀ ਐਲਾਨ ਕਰ ਦਿੱਤਾ, ਜਿਹਦਾ ਕਰਕੇ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਤੋਂ ਥੋੜ੍ਹੇ ਸਮੇਂ ਲਈ ਮੁਅੱਤਲ ਵੀ ਕੀਤਾ ਗਿਆ ਸੀਗਾ। ਉਹ ਕਹਿੰਦੇ ਮਿਸ਼ਨ ਪੰਜਾਬ 2022 ਦੇ ਲਈ ਬਿਲਕੁਲ ਤਿਆਰੀਆਂ ਨੇ, ਚੋਣ ਮੈਦਾਨ 'ਚ ਨਿੱਤਰਨਾ ਆ। ਤੇ ਫਿਰ ਲੱਗਦਾ ਨਹੀਂ ਹੈ ਕਿ ਉਹ ਜਿਹੜਾ ਜਥੇਬੰਦੀਆਂ ਨੇ ਕਿਹਾ ਸੀਗਾ ਕਿ ਆਹ ਪੋਲੀਟੀਕਲ ਹੋਏਗਾ ਸਾਡਾ ਪੂਰੇ ਦਾ ਪੂਰਾ ਅੰਦੋਲਨ, ਉਸ ਤੁਹਾਡੀ ਧਾਰਨਾ ਨੂੰ ਵੀ ਇਸ ਚੀਜ਼ ਨਾਲ ਢਾਹ ਲੱਗਦੀ ਹੈ, ਜਾਂ ਜਥੇਬੰਦੀਆਂ ਨੂੰ ਵੀ ਇਹ ਲੱਗਣ ਲੱਗ ਪਿਆ ਕਿ ਨਹੀਂ ਸਾਨੂੰ ਸਿਆਸੀ ਮੈਦਾਨ 'ਚ ਕੁੱਦਣਾ ਹੀ ਪਏਗਾ? ਨਹੀਂ, ਦੇਖੋ ਚੜੂਨੀ ਸਾਹਿਬ ਵੱਡੇ ਲੀਡਰ ਨੇ, ਪਰ ਉਹ ਉਹਨਾਂ ਦੀ ਰਾਏ ਆ, ਉਹ ਆਪਣੀ ਰਾਏ ਦੱਸਣਗੇ ਕਿਵੇਂ। ਅਸੀਂ ਪਹਿਲੇ ਦਿਨ ਤੋਂ ਕਿਹਾ, ਅੱਜ ਵੀ ਕਹਿੰਦੇ ਆ, ਅੰਦੋਲਨ ਦੀ ਕੀਮਤ ਤੇ ਸੱਤਾ ਦਾ ਬਦਲਾਅ ਕਿਤੇ ਮਨਜ਼ੂਰ ਨਹੀਂ। ਅੰਦੋਲਨ ਕੀਤਾ ਅੰਨਾ ਹਜ਼ਾਰੇ ਨੇ ਦਿੱਲੀ ਦੇ ਵਿੱਚ, ਕੇਜਰੀਵਾਲ ਆਪਣੀ ਸਰਕਾਰ ਬਣਾ ਗਿਆ, ਪਰ ਲੋਕਪਾਲ ਬਿੱਲ ਕਿੱਥੇ ਆ? ਖਤਮ ਹੋ ਗਿਆ ਉਹ। ਮੈਂ ਇਹ ਗੱਲ ਕਹਾਂ, ਜਿਹੜੇ ਲੋਕ ਆਪਣੇ ਸਿਧਾਂਤਾਂ ਤੋਂ ਹਟ ਕੇ ਸੱਤਾ ਦੇ ਲਾਲਚ ਵੱਲ ਚੱਲ ਪੈਣ, ਉਹ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੇ। ਇਸ ਕਰਕੇ ਆਪਣੇ ਸਿਧਾਂਤਾਂ ਦੀ ਲੜਾਈ ਲੈ ਕੇ ਗਏ, ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਲੜਾਈ ਹੈ। ਜੇ ਅਸੀਂ ਇਹਨਾਂ ਸਿਧਾਂਤਾਂ ਤੋਂ ਹਟ ਕੇ ਆਉਂਦੇ ਹਾਂ ਤਾਂ ਫਿਰ ਮੈਂ ਕਹੂੰਗਾ ਪੰਜਾਬ ਦੇ ਲੋਕਾਂ ਨੂੰ ਸਾਡੇ ਤੇ ਭਰੋਸਾ ਕਰਨ ਦਾ ਕੋਈ ਹੱਕ ਨਹੀਂ। ਕਿਉਂ ਨਾ ਕਰਨ? ਉਹ ਨਾ ਬਣਦਾ ਵਾਜਬ ਕਰਨਾ, ਕਿਉਂਕਿ ਜਿਹੜੇ ਮੰਗਾਂ ਨੂੰ ਲੈ ਕੇ ਅੰਦੋਲਨ ਲੈ ਗਏ ਦਿੱਲੀ, ਉਹਨੂੰ ਤਾਂ ਛੱਡ ਆਏ ਫਿਰ। ਇਸ ਕਰਕੇ ਪਹਿਲਾਂ ਅੰਦੋਲਨ ਦੀ ਜਿੱਤ ਜ਼ਰੂਰੀ ਆ, ਉਹਦੇ ਬਾਅਦ ਸੱਤਾ ਦਾ ਬਦਲਾਅ ਹੋ ਜੂ, ਕੋਈ ਗੱਲ ਨਹੀਂ ਐਡੀ। ਜਿੱਥੇ ਅੱਗੇ 70 ਸਾਲ ਸੰਤਾਪ ਹੋ ਗਿਆ, 5 ਸਾਲ ਹੋਰ ਸਹੀ। ਜਦੋਂ ਤੁਸੀਂ ਆਪਣੇ ਸਿਧਾਂਤਾਂ ਦੀ ਜਿੱਤ ਕਰਕੇ ਆਓਗੇ, ਤੁਹਾਡੀ ਕਹਿਣੀ ਤੇ ਕਰਨੀ ਦੇ ਵਿੱਚ ਜਦੋਂ ਲੋਕਾਂ ਨੂੰ ਅੰਤਰ ਨਹੀਂ ਨਜ਼ਰ ਆਊਗਾ, ਜੋ ਕਹਿਣਗੇ ਪਏ, ਜੋ ਕਹਿੰਦੇ ਨੇ ਕਰਦੇ ਨੇ, ਫਿਰ ਤੁਸੀਂ ਜਦੋਂ ਉੱਠ ਖੜੋਗੇ, ਹੋਰ 5 ਸਾਲ ਬਾਅਦ ਵੀ ਉੱਠ ਖੜੋਗੇ, ਤੇ ਤੁਸੀਂ ਲੋਕਾਂ ਨੂੰ ਭਰੋਸਾ ਦਿਵਾਓਗੇ ਪੰਜਾਬ ਦਿਆਂ ਨੂੰ ਵੀ ਅਸੀਂ ਪੰਜਾਬ ਨੂੰ ਹੁਣ ਸਵਾਰਨਾ ਚਾਹੁੰਦੇ ਹਾਂ, ਗੰਦਗੀ ਕੱਢਣੀ ਚਾਹੁੰਦੇ ਹਾਂ, ਤਾਂ ਲੋਕ ਤੁਹਾਡਾ ਭਰੋਸਾ ਕਰਨਗੇ। ਜੇ ਅੱਜ ਤੁਸੀਂ ਮੁੜਿਆ ਵਿੱਚੇ ਛੱਡ ਕੇ, ਤਾਂ ਫਿਰ ਲੋਕ ਇਹ ਕਹਿਣਗੇ ਵੀ ਇਹ ਲੋਕ ਤਾਂ ਸੱਤਾ ਦੇ ਗਲਿਹਾਰੇ 'ਚ ਆਪਣੇ ਭੰਗੜੇ ਪਾਉਣੇ ਚਾਹੁੰਦੇ ਸੀ, ਸੱਤਾ ਦੇ ਵਿੱਚ ਹਾਸਲ ਕਰਨਾ ਚਾਹੁੰਦੇ ਸੀ, ਕੁਰਸੀਆਂ 'ਤੇ ਬਹਿਣਾ ਚਾਹੁੰਦੇ ਸੀ, ਸੱਤਾ ਦਾ ਆਨੰਦ ਮਾਣਨਾ ਚਾਹੁੰਦੇ ਸੀ। ਇਹ ਕਾਨੂੰਨ ਤਾਂ ਫਿਰ ਬੀਜੇਪੀ ਕਹਿੰਦੀ ਸੀ ਸਾਡੇ ਬੜੇ ਚੰਗੇ ਆ, ਤਾਂ ਫਿਰ ਭਾਈ ਉਹ ਗੱਲ ਸੱਚ ਕਰਕੇ ਪਾਉਣੀ। ਆਪਾਂ ਆਪਣਾ ਭਵਿੱਖ ਪੰਜਾਬ ਦਾ ਖਰਾਬ ਕਰਨਾ। ਜੇ ਪੰਜਾਬ ਦੀ ਕਿਸਾਨੀ ਬਚੂਗੀ ਤੇ ਪੰਜਾਬ ਬਚਣਾ, ਜੇ ਪੰਜਾਬ ਬਚੂਗਾ ਤਾਂ ਫਿਰ ਸੱਤਾ ਬਚਣੀ, ਨਹੀਂ ਤੇ ਫਿਰ ਸੱਤਾ ਦਾ ਕੋਈ ਮਾਇਨਾ ਨਹੀਂ ਇੱਥੇ ਰੱਖਦੇ ਆਪਾਂ ਕਿਸੇ ਗੱਲ ਦਾ। ਸੋ ਸਾਨੂੰ ਪਹਿਲਾਂ ਜ਼ਰੂਰੀ ਹੈ ਆਪਣੀ ਜ਼ਮੀਨ ਬਚਾਉਣੀ, ਆਪਣੀਆਂ ਨਸਲਾਂ ਤੇ ਫਸਲਾਂ ਬਚਾਉਣੀਆਂ। ਜਿੱਦਣ ਉਹ ਬਚਾ ਕੇ ਮੁੜਿਆ ਫਿਰ ਸੱਤਾ ਦਾ ਬਦਲਾਅ ਕਰ ਲਾਂਗੇ, ਕਿਹੜੀ ਕਾਹਲ ਹੈ। ਸੋ ਮੈਂ ਇਹ ਗੱਲ ਕਹਾਂਗਾ, ਜੋ ਚੜੂਨੀ ਸਾਹਿਬ ਦਾ ਬਿਆਨ ਹੈ, ਉਹ ਵੱਡੇ ਲੀਡਰ ਨੇ ਸਾਡੇ ਸੰਯੁਕਤ ਮੋਰਚੇ ਦੇ, ਉਹਨਾਂ ਦਾ ਪਰਸਨਲ ਆਪਣੀ ਭਾਵਨਾ ਹੋ ਸਕਦੀ ਆ, ਪਰ ਸਾਡੀ ਇਹ ਭਾਵਨਾ ਕਿਤੇ ਹੀ ਨਹੀਂ ਕਿ ਅੰਦੋਲਨ ਦੀ ਕੀਮਤ 'ਤੇ ਅਸੀਂ ਸੱਤਾ ਹਾਸਲ ਕਰੀਏ। ਅਸੀਂ ਪਹਿਲਾਂ ਅੰਦੋਲਨ ਜਿੱਤਾਂਗੇ, ਫਿਰ ਇਹਦੇ ਬਦਲਾਅ ਜਾਵਾਂਗੇ। 5 ਸਾਲ ਹੋਰ ਲੱਗ ਜਾਣ। ਤੁਸੀਂ ਕਹਿੰਦੇ ਆ ਕਿ ਇਹੀ ਰਾਹ ਅਖਤਿਆਰ ਕੀਤਾ ਜਾਏਗਾ, ਪਹਿਲਾਂ ਅੰਦੋਲਨ, ਬਾਕੀ ਚੀਜ਼ਾਂ ਬਾਅਦ 'ਚ। ਹੁਣ ਜਦੋਂ ਚੜੂਨੀ ਸਾਹਿਬ ਦਾ ਇਹ ਫੈਸਲਾ ਦੇਖਦੇ ਆ, ਨਾਲ ਹੀ ਕਿਸਾਨ ਅੰਦੋਲਨ ਦੇ ਵਿੱਚੋਂ ਹੀ, ਹਾਲਾਂਕਿ ਬਹੁਤ ਸਾਰੇ ਇਖਤਲਾਫ ਵੀ ਹੋਣਗੇ ਤੁਹਾਡੇ, ਦੀਪ ਸਿੱਧੂ ਹੁਰੀ ਵੀ ਇਸ ਅੰਦੋਲਨ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਆ, ਅਤੇ ਬਾਅਦ 'ਚ ਉਹਨਾਂ ਨੇ ਵੀ ਆਪਣੇ ਇੱਕ ਧੜੇ ਦਾ ਵਾਰਿਸ ਪੰਜਾਬ ਦੇ ਐਲਾਨ ਕਰ ਦਿੱਤਾ ਆ। ਕੁੱਲ ਮਿਲਾ ਕੇ ਉਹ ਵੀ ਇਸ ਪਾਸੇ ਨੂੰ ਭਵਿੱਖ ਦੇ ਵਿੱਚ ਹੋ ਸਕਦਾ ਕਿ ਰਾਜਨੀਤਿਕ ਤੌਰ 'ਤੇ ਐਕਟਿਵ ਹੁੰਦੇ ਨਜ਼ਰ ਆਉਣ। ਲੱਗਦਾ ਹੈ ਕਿ ਇਹ ਨਿੱਜੀ ਤੌਰ 'ਤੇ ਵਖਰੇਵੇਂ ਨਿਕਲ ਕੇ ਆਏ ਆ, ਜਾਂ ਅੰਦੋਲਨ ਨੂੰ ਕਿਤੇ ਅੰਦਰ ਖਾਤੇ ਕੁਠਾਰ ਘਾਤ ਲਾਉਣ ਦੀ ਕੋਈ ਰਣਨੀਤਿਕ ਚਾਲ ਵੀ ਹੋ ਸਕਦੀ ਹੈ?
ਨਹੀਂ ਮੈਂ ਇਹਨੂੰ ਕਿਸੇ ਨੂੰ ਇਹਦੇ ਵਿੱਚ ਇੱਦਾਂ ਨਹੀਂ ਕਹਾਂਗਾ, ਸ਼ੱਕ ਦੀ ਨਿਗਾਹ ਨਾਲ ਨਹੀਂ, ਕਿਸੇ ਨੂੰ ਛੜਯੰਤਰਕਾਰੀ ਨਹੀਂ ਕਹਾਂਗਾ, ਕਿਸੇ ਦੀ ਚਾਲ ਨਹੀਂ ਕਹਾਂਗਾ। ਹਾਂ ਇਹ ਜ਼ਰੂਰ ਕਹਾਂਗਾ ਵੀ ਸੱਤਾ ਦੀ ਭੁੱਖ ਹੈ, ਉਹ ਸੱਤਾ ਦੀ ਭੁੱਖ ਸਤਾਉਂਦੀ ਹੈ ਤੇ ਫਿਰ ਇਨਸਾਨ ਉਧਰ ਨੂੰ ਚੱਲ ਪੈਂਦਾ। ਜੇ ਪੰਜਾਬ ਦਾ ਬਦਲਾਓ ਚਾਹੁੰਦੇ ਆ ਤੇ ਪੰਜਾਬ ਦਾ ਭਲਾ ਚਾਹੁੰਦੇ ਆ, ਫਿਰ ਤਾਂ ਆਪਾਂ ਨੂੰ ਪਹਿਲਾਂ ਅੰਦੋਲਨ ਜਿੱਤਣਾ ਜ਼ਰੂਰੀ ਹੈ। ਜੇ ਅੰਦੋਲਨ ਨਹੀਂ ਜਿੱਤਦੇ ਤਾਂ ਪੰਜਾਬ ਦਾ ਕਿਤੇ ਹੀ ਭਲਾ ਨਹੀਂ ਹੋਣਾ। ਜੇ ਅੰਦੋਲਨ ਅੱਜ ਕਿਸੇ ਗੱਲੋਂ ਅੰਦੋਲਨ ਨੂੰ ਸੱਟ ਵੱਜ ਗਈ, ਅੱਜ ਅਸੀਂ ਆਪਣੀਆਂ ਜ਼ਮੀਨਾਂ ਆਪਣੀਆਂ ਨਸਲਾਂ ਫਸਲਾਂ ਨਾ ਬਚਾ ਸਕੇ ਤਾਂ ਫਿਰ ਸੱਤਾ ਦਾ ਕੋਈ ਮਾਇਨਾ ਹੀ ਨਹੀਂ ਪੰਜਾਬ ਦੇ ਵਿੱਚ। ਸੋ ਇਸ ਕਰਕੇ ਉਹ ਜਿਹੜੇ ਕੋਈ ਧੜੇ ਬਣਾਉਂਦੇ ਨੇ, ਆਪਣੇ ਰਾਜਨੀਤਿਕ ਪਾਰਟੀਆਂ ਬਣਾਉਂਦੇ ਨੇ, ਠੀਕ ਹੈ, ਉਹਨਾਂ ਦੀ ਆਪਣੀ ਰਾਏ ਹੋ ਸਕਦੀ ਹੈ, ਉਹ ਆਪਣੇ ਤਰੀਕੇ ਨਾਲ ਚਾਹੁੰਦੇ ਨੇ ਪੰਜਾਬ ਨੂੰ ਬਦਲਣਾ। ਪਰ ਸਾਡੀ ਭਾਵਨਾ ਇਹ ਹੈ ਕਿ ਜਿੰਨਾ ਚਿਰ ਅਸੀਂ ਆਪਣੇ ਸਿਧਾਂਤਾਂ ਦੀ ਜਿੱਤ ਨਹੀਂ ਕਰਦੇ, ਉਹਨਾਂ ਚਿਰ ਅਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ। ਬਸ ਇੱਕ ਦੋ ਸਵਾਲ ਨੇ। ਕੁਝ ਕਨਸੂਆਂ ਆ ਰਹੀਆਂ, ਤੁਸੀਂ ਅੰਦੋਲਨ ਦੀ ਜਿੱਤ ਦੀ ਗੱਲ ਕਰ ਰਹੇ ਹੋ, ਕਨਸੂਆਂ ਇਹ ਹੈ ਕਿ ਕੇਂਦਰ ਦੀ ਸਰਕਾਰ ਮੰਨ ਗਈ ਆ ਬਹੁਤ ਸਾਰੀਆਂ ਗੱਲਾਂ, ਕਹਿੰਦੇ ਰੇੜਕਾ ਫਸਿਆ ਹੋਇਆ MSP ਦੇ ਉੱਤੇ, ਕਿਉਂਕਿ MSP ਜੇ ਪੂਰੇ ਮੁਲਕ 'ਚ ਮਿਲਦੀ ਹੈ ਤੇ ਉਹ ਸੂਬੇ ਜਿਨ੍ਹਾਂ ਨੂੰ ਅੱਜ ਤੱਕ MSP ਦਾ ਮਤਲਬ ਤੱਕ ਨਹੀਂ ਪਤਾ ਸੀ, ਜਿੱਥੋਂ ਦੇ ਕਿਸਾਨਾਂ ਨੂੰ, ਉਹਨਾਂ ਨੂੰ ਵੀ ਲਾਭ ਹੋਣ ਲੱਗ ਪੈਣਾ ਤੇ ਸਰਕਾਰਾਂ ਜਿਹਦੇ ਤੋਂ ਦੌੜਦੀਆਂ ਰਹਿੰਦੀਆਂ ਨੇ ਹਮੇਸ਼ਾ। ਤੇ ਕਹਿੰਦੇ ਫਸੀ ਗੱਲ ਇੱਥੇ ਹੀ ਆ ਕਿ ਦੋ ਕੁ ਸੂਬਿਆਂ 'ਚ ਹਰਿਆਣੇ ਤੇ ਪੰਜਾਬ ਵਾਲੇ ਲੈ ਲਓ ਤੁਸੀਂ MSP ਦੀ ਗਰੰਟੀ, ਬਾਕੀਆਂ ਲਈ ਰੌਲਾ ਨਾ ਪਾਓ। ਦੇਖੋ ਇਹ MSP ਦੀ ਮੰਗ ਸਾਡੀ ਸ਼ੁਰੂ ਤੋਂ ਰਹੀ ਹੈ ਔਰ ਅਸੀਂ ਇਹ ਕਹਿੰਦੇ ਹਾਂ, ਠੀਕ ਹੈ ਕਿ ਪੰਜਾਬ ਤੇ ਹਰਿਆਣੇ ਨੂੰ ਇਹਦੇ ਨਾਲ ਵੱਡਾ ਫਰਕ ਨਹੀਂ ਪੈਂਦਾ, ਕਿਉਂਕਿ ਸਾਡੀਆਂ ਜਿਹੜੀਆਂ ਮੁੱਖ 4 ਫਸਲਾਂ ਉਹ MSP ਤੇ ਚੱਕ ਹੋ ਰਹੀਆਂ ਨੇ। ਬੇਸ਼ੱਕ ਸਾਡਾ ਮੱਕਾ ਵਗੈਰਾ ਨਹੀਂ ਚੱਕ ਹੁੰਦਾ, ਪਰ ਜਿਹੜੀਆਂ ਮੁੱਖ ਫਸਲਾਂ ਸਾਡੀਆਂ ਝੋਨਾ, ਕਣਕ ਔਰ ਕਪਾਹ ਔਰ ਗੰਨਾ ਸਾਡਾ ਇਹ ਚੱਕ ਹੁੰਦਾ ਕੰਟਰੋਲ ਰੇਟ ਤੇ। ਪਰ ਇਹ ਮੈਂ ਗੱਲ ਕਹਾਂਗਾ ਵੀ ਜਿਹੜੀਆਂ ਹੁਣ ਸਟੇਟਾਂ ਨੇ ਸਾਡੀ ਇਸ ਅੰਦੋਲਨ ਦੇ ਵਿੱਚ ਬਾਂਹ ਫੜੀ ਆ ਕੇ ਸਾਡੀ ਸਪੋਰਟ ਕੀਤੀ, ਉਹਨਾਂ ਦੇ ਵੀ ਲਈ ਕੁਛ ਨਾ ਕੁਛ ਤਾਂ ਲੈ ਕੇ ਦੇਣਾ ਪਊ। ਉਹਨਾਂ ਨੂੰ ਤਾਂ MSP ਮਿਲ ਹੀ ਨਹੀਂ ਰਹੀ ਤੇ ਅਸੀਂ ਇਹ ਕਹਿੰਦੇ ਹਾਂ, ਅਸੀਂ ਕਿਹੜਾ ਸਰਕਾਰ ਨੂੰ ਇਹ ਕਹਿੰਦੇ ਵੀ ਤੁਸੀਂ ਆਪ ਖਰੀਦੋ। ਅਸੀਂ ਇਹ ਜ਼ਰੂਰ ਸਾਡੀ ਮੰਗ ਪਹਿਲਾਂ ਰਹੀ ਵੀ ਸਾਰਾ ਖਰੀਦੇ ਸਰਕਾਰ। ਜੇ ਨਹੀਂ ਖਰੀਦ ਸਕਦੀ ਸਰਕਾਰ, ਅਸੀਂ ਉਹਨਾਂ ਨੂੰ ਕਿਹਾ ਇੱਥੇ ਕਾਨੂੰਨ ਬਣਾਓ ਕਿ ਇੱਥੇ ਕ੍ਰਿਮੀਨਲ ਐਕਟ ਦਾ ਇੱਕ ਐਕਟ ਬਣਾ ਦਿਓ, ਕ੍ਰਿਮੀਨਲ ਐਕਟ, MSP ਤੋਂ ਘੱਟ ਰੇਟ ਤੇ ਜਿਹੜਾ ਬੋਲੀ ਦੇਵੇ ਤਾਂ ਜਿਹੜਾ ਖਰੀਦੇ ਉਹ ਤੇ ਕ੍ਰਿਮੀਨਲ ਐਕਟ ਦਾ ਪਰਚਾ ਦਰਜ ਹੋਵੇ। ਤੁਸੀਂ ਇੱਕ ਵੇਖੋ, ਅੱਜ ਇੱਥੋਂ 1975 ਨੂੰ ਕਣਕ ਖਰੀਦਦੇ ਨੇ, ਇੱਥੇ ਵੀ 350 ਦੀ ਥੈਲੀ ਆਟੇ ਦੀ, ਤੇ ਬਿਹਾਰ ਯੂਪੀ 'ਚੋਂ 1000 ਰੁਪਏ ਨੂੰ ਕਣਕ ਖਰੀਦਦੇ ਨੇ, ਉੱਥੇ ਵੀ 350 ਦੀ ਥੈਲੀ। ਤੇ ਮਤਲਬ ਤਾਂ ਉਹ ਜਿਹੜੇ ਲੋਕ ਹੈਗੇ ਉਹਨਾਂ ਘਰਾਣਿਆਂ ਨੂੰ ਫਾਇਦਾ ਮਿਲਦਾ ਨਾ, ਜਿਹੜੇ ਵਪਾਰੀ ਵਰਗ ਉਹਨਾਂ ਨੂੰ ਫਾਇਦਾ ਮਿਲਦਾ। ਅਸੀਂ ਕਹਿੰਦੇ ਹਾਂ ਵੀ ਜੇਕਰ ਪੰਜਾਬ 'ਚ 350 ਦੀ ਆਟੇ ਦੀ ਥੈਲੀ ਆ ਤੇ ਬਿਹਾਰ 'ਚ ਵੀ 350 ਦੀ ਆ, ਫਿਰ ਉੱਥੇ 1975 ਕਾਹਤੇ ਨਹੀਂ ਮਿਲਦੇ ਕਿਸਾਨ ਨੂੰ? ਉੱਥੇ ਵੀ ਕਿਸਾਨ ਨੂੰ ਨਹੀਂ ਮਿਲਣੇ ਚਾਹੀਦੇ ਨੇ। ਇਸ ਕਰਕੇ ਇਹ ਜਿਹੜਾ ਵਿਚਲਾ ਅੰਤਰ ਹੈ ਨਾ, ਇਹ ਅੰਤਰ ਨੂੰ ਖਤਮ ਕਰਨਾ ਚਾਹੀਦਾ ਸਰਕਾਰ ਨੂੰ। ਇਹ ਤੇ ਐਕਟ ਬਣਾਉਣਾ ਸਰਕਾਰ ਦਾ ਕੋਲੋਂ ਲੱਗਣਾ ਹੀ ਕੱਖ ਨਹੀਂ। ਸਰਕਾਰ ਸਖਤੀ ਨਾਲ ਤੇ ਐਕਟ ਲਾਗੂ ਕਰੇ ਭਈ ਜਿਸ ਮੰਡੀ ਦੇ ਵਿੱਚ ਜਿਸ ਵਪਾਰੀ ਨੇ, ਜਿਸ ਆੜ੍ਹਤੀ ਨੇ, ਏਜੰਟ ਨੇ MSP ਤੋਂ ਨੀਚੇ ਦੀ ਬੋਲੀ ਦਿੱਤੀ, ਉਹ 'ਤੇ ਕ੍ਰਿਮੀਨਲ ਐਕਟ ਦਾ ਪਰਚਾ ਦਰਜ ਹੋਊਗਾ। ਜਿਹੜੇ 5-7 ਤੇ ਪਰਚੇ ਦਰਜ ਹੋਏ ਭਾਰਤ ਦੇ ਵਿੱਚ, ਆਪੇ ਟਿਕਾਣੇ ਆ ਜਾਣਾ ਲੋਕਾਂ ਨੇ। ਉਹ ਤਾਂ ਗੱਲ ਤਾਂ ਇਹ ਇੱਥੇ ਆ ਗਈ ਨਾ ਭਈ ਤੁਸੀਂ ਦੇਖੋ 1975 'ਚ ਕਣਕ ਵਿਕੀ ਗੌਰਮੈਂਟ ਨੇ ਭਰੀ ਹੈ, ਅੱਜ ਸਾਡੀ ਕਣਕ ਮੰਡੀਆਂ 'ਚ 1500 ਨੂੰ ਵਿਕ ਰਹੀ, 1400 ਨੂੰ। ਤੇ ਇਹ ਗੌਰਮੈਂਟ ਕਿੱਥੇ ਬੈਠੀ ਹੈ? ਸੁੱਤੀ ਹੈ। ਆਟਾ ਤਾਂ ਉਦਣ ਵੀ 350 ਨੂੰ ਥੈਲੀ ਸੀ, ਅੱਜ ਵੀ 350 ਨੂੰ ਆ। ਅੱਜ ਕਿਤੇ ਰੇਟ ਘੱਟ ਹੋ ਗਿਆ ਆਟੇ ਦਾ? ਅੱਜ ਕਿਤੇ ਜਿਹੜੀ ਚੌਲਾਂ ਦੀ ਥੈਲੀ ਆ, ਚੌਲਾਂ ਦੀ, ਉਹਦਾ ਬਾਸਮਤੀ ਦਾ ਰੇਟ ਘੱਟ ਹੋ ਗਿਆ? ਜਦੋਂ ਬਾਸਮਤੀ ਆਉਣੀ ਹੈ ਉਦੋਂ ਰੇਟ ਇਹਨਾਂ ਦਾ ਮਰਜ਼ੀ ਦਾ ਹੋਣਾ ਵਪਾਰੀ ਦਾ, ਤੇ ਜਦੋਂ ਪੈਕ ਹੋ ਜਾਣੀ ਹੈ ਉਦੋਂ ਉਹਨਾਂ ਨੇ ਰੇਟ ਹਾਈ ਲਾਉਣਾ ਸਾਰਾ। ਕਹਿਣ ਦਾ ਭਾਵ ਹੈ ਸਰਕਾਰ ਦਾ ਕੰਟਰੋਲ ਨਹੀਂ, ਸਰਕਾਰ ਕੰਟਰੋਲ ਕਰੇ ਤੇ ਕ੍ਰਿਮੀਨਲ ਐਕਟ ਇਹ 'ਤੇ ਬਣਾਵੇ। ਜਦੋਂ ਕ੍ਰਿਮੀਨਲ ਐਕਟ ਦਾ ਪਰਚਾ ਦਰਜ ਹੋਊਗਾ ਵਪਾਰੀ ਤੇ MSP ਤੋਂ ਘੱਟ ਨਹੀਂ ਖਰੀਦੂ, ਕੰਜ਼ਿਊਮਰ ਨੂੰ ਵੀ ਫਾਇਦਾ ਹੋਊ ਤੇ ਕਿਸਾਨ ਨੂੰ ਵੀ ਫਾਇਦਾ ਹੋਊ। ਆਖਰੀ ਸਵਾਲ ਹੈ ਕਿ 27 ਤਰੀਕ ਦਾ ਬੰਦ ਜਿਹਨੂੰ ਭਰਪੂਰ ਸਮਰਥਨ ਮਿਲਿਆ, ਪਤਾ ਲੱਗਾ ਕਿ ਬਿਹਾਰ 'ਚ ਵੀ ਇੰਨਾ ਸਮਰਥਨ ਮਿਲਿਆ ਕਿ ਹੁਣ 9 ਤਰੀਕ ਦੀ ਬਿਹਾਰ ਦੇ ਵਿੱਚ ਇੱਕ ਮੀਟਿੰਗ ਵੀ ਰੱਖ ਲਈ ਹੈ ਸੰਯੁਕਤ ਕਿਸਾਨ ਮੋਰਚੇ ਨੇ ਕਿ ਉਸ ਸਮਰਥਨ ਦੇ ਆਧਾਰ 'ਤੇ ਉਹ ਪ੍ਰਭਾਵ ਹੋਰ ਵਧਾਉਣਾ ਹੈ ਅੱਗੇ ਤੋਂ। ਕੋਈ ਵੱਡਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਭਵਿੱਖ ਦੇ ਲਈ? ਕਿਉਂਕਿ ਜਿਹੜੇ ਇਹ ਪ੍ਰੋਗਰਾਮ ਦਿੱਤੇ ਜਾਂਦੇ ਆ ਇਸ ਅੰਦੋਲਨ ਨੂੰ ਇੱਕ ਨਵੀਂ ਖਾਦ ਬਖਸ਼ ਕੇ ਜਾਂਦੇ ਆ, ਇੱਕ ਨਵੀਂ ਗਰੋਥ, ਇੱਕ ਬੂਸਟ ਦੇ ਕੇ ਜਾਂਦੇ ਆ, ਜਿਹਦੇ ਨਾਲ ਅੰਦੋਲਨ ਲੱਗਦਾ ਕਿ ਹਾਂ ਇੱਕ ਵਾਰ ਫਿਰ ਉਭਾਰ ਵੱਲ ਨੂੰ ਜਾਂਦਾ ਪਿਆ। ਜਿੱਦਾਂ ਬੰਦ ਨੇ ਦਿਖਾਇਆ ਕਿ ਅੰਦੋਲਨ ਠੰਡਾ ਨਹੀਂ ਪਿਆ, ਜਿੱਦਾਂ ਦੀਆਂ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਸੀਗਾ ਕਿ ਹੈ ਨਹੀਂ ਕੋਈ ਅੰਦੋਲਨ ਦੇ ਵਿੱਚ, ਧਰਨੇ ਤੇ ਕੋਈ ਨਹੀਂ ਬੈਠਾ, ਦਿੱਲੀ ਦੀਆਂ ਸਰਹੱਦਾਂ ਖਾਲੀ ਹੋ ਗਈਆਂ। ਕੋਈ ਨਵਾਂ ਪ੍ਰੋਗਰਾਮ ਉਲੀਕਿਆ ਜਾ ਰਿਹਾ ਲੋਕਾਂ ਦੇ ਲਈ? ਦੇਖੋ ਅੰਦੋਲਨ ਅੱਗੇ ਵਧ ਰਿਹਾ, ਜਨ ਅੰਦੋਲਨ ਬਣ ਰਿਹਾ। ਤੁਸੀਂ ਮੰਨੋਗੇ 2 ਤਰੀਕ ਨੂੰ ਤਾਮਿਲਨਾਡੂ ਤੋਂ ਕੋਈ 4000 ਕਿਸਾਨ ਇਕੱਠਾ ਹੋ ਕੇ ਪੈਦਲ ਤੁਰਿਆ ਹੋਇਆ, ਜਿਹਨੇ 2 ਤਰੀਕ ਨੂੰ ਸਿੰਘੂ ਬਾਰਡਰ ਤੇ ਪਹੁੰਚਣਾ ਹੈ। ਇਸੇ ਤਰੀਕੇ ਨਾਲ 2 ਤਰੀਕ ਨੂੰ ਬਿਹਾਰ ਤੋਂ, ਜਿੱਥੋਂ ਗਾਂਧੀ ਜੀ ਨੇ ਡਾਂਡੀ ਯਾਤਰਾ ਜਿਹੜੀ ਕੀਤੀ ਸੀ, ਸ਼ੁਰੂ ਕੀਤੀ ਸੀ, ਉਹ ਜਿਹੜੀ ਆ ਉੱਥੋਂ ਸ਼ੁਰੂ ਹੋਣੀ ਆ ਉਹ। ਔਰ ਉੱਥੋਂ ਸ਼ੁਰੂ ਹੋ ਕੇ ਬਨਾਰਸ, ਜਿੱਥੇ ਮੋਦੀ ਦਾ ਕੰਸਟੀਚੁਐਂਸੀ ਆ,
ਜਿੱਥੋਂ ਮੋਦੀ ਜਿੱਤਿਆ ਉੱਥੇ ਆ ਕੇ ਖਤਮ ਹੋਣੀ ਹੈ। ਉਹਨਾਂ ਨੇ ਵੀ 1000 ਦਾ ਜੱਥਾ ਉੱਥੋਂ ਤੋਰਨਾ, ਤਾਂ ਉਹ ਕਹਿੰਦੇ ਹਰ ਸਾਡੇ ਰਸਤੇ ਦੇ ਵਿੱਚੋਂ ਨਾਕੇ ਤੋਂ 500 ਬੰਦਾ ਰੋਣਾ, ਹਜ਼ਾਰਾਂ ਦੀ ਰਲਣਾ, ਮਤਲਬ ਹਜ਼ਾਰਾਂ ਦੀ ਤਾਦਾਦ 'ਚ ਲੋਕ ਆਉਣੇ ਨੇ। ਕਹਿਣ ਦਾ ਭਾਵ ਹੈ ਅੰਦੋਲਨ ਤਾਂ ਜਨ ਅੰਦੋਲਨ ਬਣ ਗਿਆ, ਰੋਜ਼ ਵੱਧ ਰਿਹਾ। ਬਾਕੀ ਸਟੇਟਾਂ 'ਚ ਰੋਜ਼ ਲੋਕ ਜਾਗ ਰਹੇ ਨੇ, ਉੱਠ ਰਹੇ ਨੇ। ਆਹ 27 ਦਾ ਬੰਦ ਸਕਸੈਸ ਰਿਹਾ 22 ਸਟੇਟਾਂ ਦੇ ਵਿੱਚ। ਔਰ ਮੈਂ ਇਹ ਗੱਲ ਸਿਰਫ ਇਸ ਕਰਕੇ ਵੱਡੀ ਕਾਲ ਦੇਈਦੀ ਆ ਵੀ ਗੋਦੀ ਮੀਡੀਆ, ਤੁਹਾਨੂੰ ਨਹੀਂ ਕਹਾਂਗੇ, ਤੁਹਾਡੇ ਹੀ ਧੰਨਵਾਦੀ ਹਾਂ ਬਹੁਤ। ਗੋਦੀ ਮੀਡੀਆ ਇਹ ਕਹਿਣ ਲੱਗ ਪੈਂਦਾ 2 ਮਹੀਨੇ 3 ਮਹੀਨੇ ਵੀ ਅੰਦੋਲਨ ਕਹਾਂ ਹੈ, संख्या नहीं है, खाली पड़ा है, अंदोलन तो ख़त्म हो गया, अंदोलन दिखाई नहीं दे रहा। वो फिर ਜਿਹੜੇ ਅੰਨੇ ਮੀਡੀਆ ਵਾਲੇ ਜਿਹੜੇ ਇਹਨਾਂ ਦੇ ਗੋਦੀ ਮੀਡੀਆ ਵਾਲੇ, ਉਹਨਾਂ ਨੂੰ ਮੈਂ ਕਹਾਂ ਤੁਹਾਡਾ ਨਹੀਂ, ਤੁਹਾਡੇ ਤੋਂ ਮਾਫੀ ਚਾਹਾਂਗਾ, ਤੁਸੀਂ ਧੰਨਵਾਦ ਤੁਹਾਡਾ ਬਹੁਤ। ਜਿਹੜੇ ਗੋਦੀ ਮੀਡੀਆ, ਵਿਕਿਆ ਹੋਇਆ ਮੀਡੀਆ, ਜਿਹੜੇ ਅੰਨੇ ਹੋ ਜਾਂਦੇ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਅੰਦੋਲਨ ਚੱਲਦਾ, ਉਹਨਾਂ ਦੀਆਂ ਅੱਖਾਂ ਗਾੜਨ ਲਈ, ਉਹਨਾਂ ਨੂੰ ਦਿਖਾਲਣ ਲਈ, ਉਹਨਾਂ ਨੂੰ ਜਗਾਉਣ ਲਈ, ਭਾਰਤ ਸਰਕਾਰ ਨੂੰ ਜਗਾਉਣ ਲਈ, ਜਿਹੜੇ ਮੋਦੀ ਭਗਤ ਨੇ ਅੰਨੇ, ਉਹਨਾਂ ਨੂੰ ਜਗਾਉਣ ਲਈ ਫਿਰ ਉਹ ਵੱਡੀ ਕਾਲ ਦੇਣੀ ਪੈਂਦੀ ਹੈ। ਜਿਹੜੀ 27 ਦੀ ਕਾਲ ਸੀ, ਉਹਨੇ ਸਾਰਿਆਂ ਦੀਆਂ ਅੱਖਾਂ ਖੋਲ੍ਹਤੀਆਂ। ਉਹਨਾਂ ਨੂੰ ਅੰਧ ਭਗਤਾਂ ਨੂੰ ਵੀ ਨਜ਼ਰ ਆ ਗਿਆ, ਅੰਧ ਮੀਡੀਆ ਨੂੰ ਵੀ ਨਜ਼ਰ ਆ ਗਿਆ ਕਿ ਇਹ ਅੰਦੋਲਨ ਪੂਰੇ ਦੇਸ਼ ਦਾ ਅੰਦੋਲਨ ਬਣ ਚੁੱਕਿਆ। ਇਹਨੂੰ ਹੁਣ ਕੋਈ ਨਹੀਂ ਰੋਕ ਸਕਦਾ, ਅੱਗੇ ਵਧ ਰਿਹਾ। ਜੇ ਮੋਦੀ ਨੇ ਆਪਣਾ ਵਿਨਾਸ਼ ਕਰਾਉਣਾ ਹੈ ਤਾਂ ਫਿਰ ਅੱਖਾਂ ਮੀਟ ਰੱਖੇ। ਫਿਰ ਤਾਂ ਮੈਂ ਬਹੁਤ ਵਾਰ ਕਿਹਾ ਵੀ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਇਹਨਾਂ ਦੀ ਬੁੱਧੀ ਬੀਜੇਪੀ ਦੀ ਇਹਨਾਂ ਦੇ ਵਿਪਰੀਤ ਹੈ, ਇਹਨਾਂ ਦਾ ਵਿਨਾਸ਼ ਕਾਲ ਤੈਅ ਹੈ। ਅਤੇ ਫਿਰ ਤਾਂ ਭਾਈ ਉਹਨਾਂ ਦਾ ਕੋਈ ਇਲਾਜ ਕਰ ਹੀ ਨਹੀਂ ਸਕਦਾ, ਫਿਰ ਤਾਂ ਕੋਈ ਉਹ ਹੱਲ ਹੋ ਹੀ ਨਹੀਂ ਸਕਦਾ। ਜੇਕਰ ਉਹਨਾਂ ਨੇ ਇਹ ਹੱਲ ਕਰਨਾ, ਆਪਣਾ ਬਚਾਉਣਾ, ਤਾਂ ਫਿਰ ਇਹ ਛੇਤੀ ਤੋਂ ਛੇਤੀ ਹੱਲ ਕਰਨ, ਤਾਂ ਕਿਸਾਨਾਂ ਨੂੰ ਸੁੱਖ ਸ਼ਾਂਤੀ ਨਾਲ ਉਹਨਾਂ ਦੇ ਘਰਾਂ 'ਚ ਭੇਜਣ। ਤੁਸੀਂ ਮੋਦੀ ਸਾਹਿਬ ਦਾ ਜ਼ਿਕਰ ਕੀਤਾ, ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ਤੋਂ ਹੋ ਕੇ ਆਏ ਆ। ਜੋ ਅਮਰੀਕਾ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ, ਆਪਾਂ ਉਹਨਾਂ ਦਾ ਵੀ ਜ਼ਿਕਰ ਕਰ ਚੁੱਕੇ ਹਾਂ, ਕਈ ਵਾਰੀ ਟੀਵੀ ਚੈਨਲ ਤੇ ਦਿਖਾ ਚੁੱਕੇ ਹਾਂ। ਪਰ ਇੱਕ ਗੱਲ ਜ਼ਰੂਰ ਹੈ, ਹੁਣ ਚਰਚਾ ਇਹ ਵੀ ਚੱਲਦੀ ਹੈ ਕਿ ਮੋਦੀ ਸਾਹਿਬ ਅਮਰੀਕਾ ਤੋਂ ਆਉਂਦੇ ਆ, ਸੈਂਟਰਲ ਵਿਸਟਾ ਪ੍ਰੋਜੈਕਟ ਦੇਖਣ ਤਾਂ ਨਿਕਲ ਗਏ। ਜੇ ਇੰਨਾ ਕੁ ਕਸ਼ਟ ਕਿਸਾਨ ਅੰਦੋਲਨ ਵੱਲ ਕਰ ਲਿਆ ਹੁੰਦਾ ਤਾਂ ਸ਼ਾਇਦ ਮਸਲਾ ਹੱਲ ਹੋ ਜਾਂਦਾ। ਬੇਸ਼ਰਮੀ ਹੈ ਸਾਰੀ ਬੀਜੇਪੀ ਦੇ ਵਿੱਚ, ਬੇਸ਼ਰਮਾਂ ਦੀ ਪਾਰਟੀ ਹੈ ਇਹ। ਕੋਈ ਇਹਨਾਂ ਨੂੰ ਸ਼ਰਮ ਹੈ ਨਹੀਂ। ਇੰਨੀ ਕੁ ਕੁੱਤੇ ਖਾਣੀ ਹੋਈ ਆ ਉੱਥੇ ਅਮਰੀਕਾ 'ਚ ਇਹਨਾਂ ਦੀ, ਮੋਦੀ ਦੀ। ਭਈ ਜੇਕਰ ਕੋਈ ਸ਼ਰਮ ਵਾਲਾ ਹੋਵੇ, ਪ੍ਰਾਈਮ ਮਿਨਿਸਟਰ ਆਉਂਦਾ ਕਵੇ ਮੈਂ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ, ਦੂਸਰੇ ਮੁਲਕ 'ਚ ਜਾ ਕੇ ਇਨਸਲਟ ਕਰਾਉਣੀ, ਕੀ ਇਹ ਛੋਟੀ ਗੱਲ ਹੈ? ਭਈ ਆਪਣੇ ਪਰਿਵਾਰ ਦੇ ਬੰਦੇ ਸ਼ਰੀਕੇ ਦੇ ਸਾਹਮਣੇ ਆਪਣੇ ਪਰਿਵਾਰ ਦੇ ਬਜ਼ੁਰਗ ਦੀ ਦਾੜੀ ਨੂੰ ਹੱਥ ਪਾ ਲੈਣ, ਤਾਂ ਫਿਰ ਉਹ ਬਜ਼ੁਰਗ ਦਾ ਕੀ ਰਹਿਣਾ? ਉਹ ਤਾਂ ਲੋਕ ਸਾਡੇ ਤਾਂ ਆਤਮ ਹੱਤਿਆ ਕਰ ਲੈਂਦੇ ਨੇ ਵੀ ਮੇਰੇ ਪਰਿਵਾਰ ਨੇ ਮੇਰੀ ਬੇਇੱਜ਼ਤੀ ਕਰਤੀ। ਜਾਂ ਤਾਂ ਇਹ ਆਪਣੇ ਲੋਕਾਂ ਨੂੰ ਆਪਣਾ ਪਰਿਵਾਰ ਨਹੀਂ ਸਮਝਦਾ, ਆਪਣੇ ਦੇਸ਼ ਦੇ ਲੋਕਾਂ ਨੂੰ। ਨਰਿੰਦਰ ਮੋਦੀ ਆਪਣੇ ਦੇਸ਼ ਦੇ ਲੋਕਾਂ ਨੇ ਇਹਦਾ ਵਿਰੋਧ ਕੀਤਾ ਬਾਹਰ ਅਮਰੀਕਾ ਦੇ ਵਿੱਚ। ਜਾਂ ਤਾਂ ਇਹ ਆਪਣਾ ਹੈ ਹੀ ਨਹੀਂ, ਭਾਰਤ ਦਾ ਹੈ ਹੀ ਨਹੀਂ। ਇਹ ਕੋਈ ਇਹ ਕਈ ਜਾਣੇ ਅੰਧੇ ਭਗਤ ਵੀ ਇਹ ਮੋਦੀ ਹੈ ਤਾਂ ਮੁਮਕਿਨ ਹੈ, ਕੋਈ ਮੁਮਕਿਨ ਨਹੀਂ ਹੈ। ਇਹ ਤਾਂ ਕੇਵਲ ਵਪਾਰੀਆਂ ਦਾ, ਜਾਂ ਤਾਂ ਇਹ ਮੰਨ ਲੈਣ ਵੀ ਇਹ ਵਪਾਰੀ ਲੋਕਾਂ ਦਾ, ਇਹ ਭਾਰਤ ਦਾ ਕੋਈ ਹਿੱਤ ਨਹੀਂ ਇਹਦੇ ਕੋਲ। ਇਸ ਕਰਕੇ ਇਹਨੂੰ ਭਾਰਤ ਦੇ ਲੋਕ ਵਿਰੋਧ ਕਰਦੇ ਨਜ਼ਰ ਨਹੀਂ ਆਉਂਦੇ। ਉੱਥੇ ਪਰਿਵਾਰ ਦੇ ਲੋਕਾਂ ਨੇ, ਭਾਰਤ ਇਹਦਾ ਪਰਿਵਾਰ ਹੈ ਅਤੇ ਪਰਿਵਾਰ ਦਾ ਮੁਖੀ ਹੈ, ਇਹਦੇ ਭਾਰਤ ਦੇ ਲੋਕਾਂ ਨੇ, ਇਹਦੇ ਪਰਿਵਾਰ ਦੇ ਲੋਕਾਂ ਨੇ ਇਹਦੀ ਵਿਰੋਧਤਾ ਕੀਤੀ ਆ। ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਇਹੋ ਜਿਹੇ ਪ੍ਰਧਾਨ ਮੰਤਰੀ ਨੂੰ। ਮੈਂ ਕਹਾਂਗਾ ਤਾਂ ਜਿਹੜਾ ਪ੍ਰਧਾਨ ਮੰਤਰੀ ਆ ਕੇ ਉਹਨੂੰ ਕੁਹਾਣ ਲਾਵੇ ਨਹੀਂ, ਉਹ ਬੇਸ਼ਰਮ ਬੰਦਾ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਕੋਈ ਗੱਲ ਨਹੀਂ, ਉਹਨੂੰ ਫਰਕ ਪਾ ਕੇ ਹਟਾਂਗੇ। ਨਹੀਂ ਹੋਊ ਤਾਂ 2024 'ਚ ਪੂਰੀ ਬੀਜੇਪੀ ਨੂੰ ਸਫਾਇਆ ਕਰਕੇ ਹਟਾਂਗੇ, ਕੋਈ ਗੱਲ ਨਹੀਂ। 2024 ਤੱਕ ਦੀ ਉਮੀਦ ਜਿਹੜੀ ਆ ਉਹ ਰੱਖੀ ਜਾ ਰਹੀ ਆ ਕਿਸਾਨਾਂ ਦੇ ਵੱਲੋਂ। ਇਹ ਗੱਲਬਾਤ ਕਰਨ ਦਾ ਮਕਸਦ ਇਹ ਸੀਗਾ ਕਿ ਜਿੱਦਾਂ ਦਾ ਪੋਲੀਟੀਕਲ ਸਿਨੈਰੀਓ ਇਸ ਵੇਲੇ ਬਣ ਰਿਹਾ, ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਇਹਦੇ ਜ਼ਰੀਏ ਕਿਸਾਨ ਅੰਦੋਲਨ ਹੱਲ ਹੋ ਜਾਏਗਾ, ਉਹਦੇ ਜ਼ਰੀਏ ਅੰਦੋਲਨ ਦਾ ਹੱਲ ਹੋ ਜਾਏਗਾ ਤੇ ਖਤਮ ਹੋ ਜਾਏਗਾ। ਪਰ ਇਹਦਾ ਅਸਰ ਕਿਸਾਨ ਜਥੇਬੰਦੀਆਂ ਤੇ ਕੀ ਪੈ ਰਿਹਾ, ਅੰਦੋਲਨ ਤੇ ਕੀ ਪੈ ਰਿਹਾ, ਅੰਦੋਲਨ ਦੇ ਵਿੱਚ ਬੈਠੇ ਲੋਕ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕੀ ਸੋਚਦੇ ਕਿ ਆ ਪੋਲੀਟੀਕਲ ਸਿਨੈਰੀਓ ਜਿਹੜਾ ਪਲ-ਪਲ ਬਦਲਤਾ, ਉਹਨੂੰ ਕੋਈ ਉਮੀਦ ਉਹਦੇ ਤੋਂ ਹੈਗੀ ਹੈ। ਪਰ ਗੱਲਬਾਤ ਤੋਂ ਲੱਗਦਾ ਕਿ ਉਹ ਅੰਦੋਲਨ ਦੇ ਉੱਤੇ ਹੀ ਕੇਂਦਰਿਤ ਨੇ, ਸਿੱਧੇ ਤੌਰ ਤੇ ਮਸਲੇ ਹੱਲ ਕਰਵਾਉਣਾ ਉਹਨਾਂ ਦਾ ਇੱਕੋ ਇੱਕ ਟੀਚਾ ਆ। ਪੋਲੀਟੀਕਲੀ ਕੀ ਕੁਝ ਹੁੰਦਾ ਵਾਪਰਦਾ ਆ, ਉਹਦੇ ਤੋਂ ਬਿਲਕੁਲ ਪਰੇ ਹੋ ਕੇ ਉਹਨਾਂ ਵੱਲੋਂ ਆਪਣੀਆਂ ਗਤੀਵਿਧੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਬੰਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।